ਸਭ ਤੇਰਾ। ਤੂੰ ਅੰਤਰਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੈ ਜਨ ਨਾਨਕ। ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਸਿਰ ਸ਼ਾਹਾਂ ਪਾਤਸ਼ਾਹ, ਨਿਹਚਲ ਚੌਰ ਛਤ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ। ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨ ਛਾਡੈ ਖੇਤ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੈ ਕੋਇ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਪ੍ਰਭਾਤੀ ਮਹੱਲਾ ਪੰਜਵਾਂ। ਘਰ ਦੂਜਾ ਬਿਪਾਸ। ਇਕ ਓੰਕਾਰ ਸਤਿਗੁਰ ਪ੍ਰਸਾਦ। ਅਵਰ ਨਾ ਦੂਜਾ ਠਾਉ, ਨਾਹੀ ਬਿਨ ਹਰਿ ਨਾਉ। ਸਰਬ ਸਿੱਧ ਕਲਿਆਣ, ਪੂਰਨ ਹੋਏ ਸਗਲ ਕਾਮ। ਹਰਿ ਕੋ ਨਾਮ ਜਪੀਐ ਨੀਤ, ਕਾਮ ਕ੍ਰੋਧ ਅਹੰਕਾਰ ਬਿਨਸੈ। ਲੱਗਾ ਏਕੈ ਪ੍ਰੀਤ ਰਹਾਉ, ਨਾਮ ਲਾਗੈ ਦੁਖ ਲਾਗੈ। ਸਰਣ ਪਾਲਣ ਜੋਗ, ਸਤਿਗੁਰ ਨਾ ਭੇਟੈ ਜਮ ਨਾ। ਸਤਿਗੁਰ ਭੇਟੈ ਜਮ ਨਾ ਤੇਟੈ, ਜਿਸ ਤੁਰ ਹੋਵੈ ਸੰਜੋਗ। ਰੈਣ ਦਿਨ ਸਤਿਆਏ ਹਰਿ ਹਰਿ, ਤਜਹੁ ਮਨ ਕੇ ਭਰਮ। ਸਾਧ ਸੰਗਤ ਹਰਿ ਮਿਲੈ, ਜਿਸੇ ਪੂਰਨ ਕਰਮ। ਜਨਮ ਜਨਮ ਬਿਖਾਦ ਬਿਨਸੇ, ਰਾਖ ਲੀਨੇ ਆਪ। ਮਾਤ ਪਿਤਾ ਮੀਤ ਭਾਈ ਜਨ, ਨਾਨਕ ਹਰਿ ਹਰਿ ਜਾਪ। ਜਨਮ ਜਨਮ ਬਿਖਾਦ ਬਿਨਸੇ, ਰਾਖ ਲੀਨੇ ਆਪ। ਮਾਤ ਪਿਤਾ ਮੀਤ ਭਾਈ ਜਨ, ਨਾਨਕ ਹਰਿ ਹਰਿ ਜਾਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ,
ਧੰਨ ਧੰਨ ਸਤਿਗੁਰੂ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਦੀ ਬਖਸ਼ਿਸ਼ ਰਹਿਮਤ ਹੋ ਰਹੀ ਹੈ। ਆਪ ਸਾਰੇ ਹੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਹੋ। ਅੱਜ ਦੇ ਐਤਵਾਰ ਦੇ ਵਿਸ਼ੇਸ਼ ਦੀਵਾਨ ਜੋ ਅੰਮ੍ਰਿਤ ਵੇਲੇ ਤੋਂ ਲਗਭਗ 4 ਵਜੇ ਤੋਂ ਸਜੇ ਹੋਏ ਨੇ। ਅੰਮ੍ਰਿਤ ਬਾਣੀਆਂ ਦੇ ਨਿਤਨੇਮ, ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ, ਹੁਕਮਨਾਮੇ ਸਾਹਿਬ ਦੀ ਅੰਮ੍ਰਿਤ ਵੇਲੇ ਵਿਚਾਰ, ਫਿਰ ਗੁਰਬਾਣੀ ਦੇ ਨਿਰੰਤਰ ਪ੍ਰਵਾਹ ਚੱਲ ਰਹੇ ਨੇ। ਅੱਜ ਦੇ ਸਤਿਗੁਰਾਂ ਦੀ ਬਖਸ਼ਿਸ਼ ਪ੍ਰਾਪਤ ਕਰ ਰਹੇ ਆਪ ਸਾਰਿਆਂ ਨੂੰ ਮਹਾਰਾਜ ਇਸੇ ਤਰ੍ਹਾਂ ਖੁਸ਼ੀਆਂ ਬਖਸ਼ਿਸ਼ ਕਰਨ। ਜੀ ਆਇਆਂ ਨੂੰ। ਅੱਜ ਦਾ ਦਿਹਾੜਾ ਜਿਵੇਂ ਆਪ ਜੀ ਨੇ ਮਾਨਯੋਗ ਸਕੱਤਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮੰਗਰ ਹੋਰਾਂ ਪਾਸੋਂ ਵੇਰਵੇ ਨਾਲ ਸਰਵਣ ਕੀਤਾ ਹੈ ਕਿ ਅੱਜ ਦਾ ਪਾਵਨ ਦਿਹਾੜਾ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸਤਿਗੁਰੂ ਜੀ ਦੇ ਪਾਵਨ ਜੋ ਕੱਲ੍ਹ ਹੀ ਗੁਰਤਾ ਗੱਦੀ ਦੇ ਪੁਰਬ ਸਨ, ਉਹਨਾਂ ਨੂੰ ਸਮਰਪਿਤ ਹੈ। ਅੱਜ ਦਾ ਪਾਵਨ ਦਿਹਾੜਾ 7ਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਦੇ ਪਾਵਨ ਜੋਤੀ ਜੋਤ ਸਮਾਉਣ ਦੇ ਪਾਵਨ ਪੁਰਬ ਨੂੰ ਸਮਰਪਿਤ ਹੈ। ਮੈਂ ਨਾਲ ਦੀ ਨਾਲ ਅੱਜ ਦੇ ਇਸ ਸਮਾਗਮ ਵਿੱਚ ਹੋਰ ਬੇਨਤੀ ਕਰਾਂ। 30 ਤਾਰੀਖ ਨੂੰ ਕੱਲ੍ਹ ਹੀ ਸਾਕਾ ਪੰਜਾ ਸਾਹਿਬ ਦਾ ਵੀ ਦਿਹਾੜਾ ਲੰਘ ਕੇ ਗਿਆ ਹੈ। ਇਹ ਉਹ ਸਾਕਾ ਹੈ ਜਿਹੜਾ ਸਿੱਦਕ, ਸਬਰ ਤੇ ਸਹਿਜ ਦੀ ਵੱਡੀ ਮਿਸਾਲ ਹੈ। ਸਾਕਾ ਇਸ ਤਰ੍ਹਾਂ ਦਾ ਪੇਸ਼ ਕਰਨਾ ਵਾਕਿਆ ਹੀ ਗੁਰੂ ਨਾਨਕ ਦੇ ਦਰ ਦੇ ਅੰਦਰ ਸਿਦਕ ਤੇ ਸਬਰ ਤੇ ਸੰਤੋਖ ਤੇ ਦ੍ਰਿੜਤਾ ਜਿਹੜੀ ਹੈ, ਜਦੋਂ ਤੱਕ ਸੰਗਤ ਜੀ ਇਹ ਕੌਮ ਦੇ ਅੰਦਰ ਕਾਇਮ ਰਹੇਗੀ, ਦੁਨੀਆ ਦੀ ਕੋਈ ਤਾਕਤ ਨਹੀਂ ਕਿ ਇਸ ਕੌਮ ਨੂੰ ਦੁਨੀਆ ਦੇ ਨਕਸ਼ੇ ਤੋਂ ਪਿੱਛੇ ਕਰ ਸਕੇ। ਇਹੀ ਕਾਰਨ ਹੈ ਜੇ ਕਿਤੇ ਵਿਰੋਧੀਆਂ ਨੇ ਕਿਤੇ ਗੁਰੂ ਦੇ ਦਰ ਵੱਲ ਵੀ ਕੈੜੀ ਅੱਖ ਨਾਲ ਦੇਖਿਆ, ਜੇ ਜ਼ਾਲਮਾਂ ਨੇ, ਜੇ ਜਰਵਾਣਿਆਂ ਨੇ ਸਾਡੇ ਤਖਤ ਤੇ, ਕੌਮੀ ਹਰਮੰਦਰ ਤੇ, ਹੋਰ ਗੁਰਧਾਮਾਂ ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਕੇ ਬੇਅਦਬੀ ਕੀਤੀ, ਬੇਅੰਤ ਸਿੱਖਾਂ ਨੇ, ਸਿੰਘਾਂ ਨੇ, ਬੱਚਿਆਂ ਨੇ, ਮਾਤਾਵਾਂ ਨੇ ਸ਼ਹਾਦਤਾਂ ਦਿੱਤੀਆਂ, ਪਰ ਇਸ ਸਾਰਾ ਕੁਝ ਕਰਨ ਦੀ ਜ਼ਾਲਮ ਹਕੂਮਤ ਦੀ ਆਗੂ, ਉਸ ਸਮੇਂ ਦੀ ਪ੍ਰਧਾਨ ਮੰਤਰੀ ਭਾਰਤ ਦੀ ਇੰਦਰਾ ਨੂੰ ਵੀ ਉਹਦੇ ਕੀਤੇ ਦੀ ਸਜ਼ਾ ਜਿਹੜੀ ਹੈ ਸਿਦਕਵਾਨ ਗੁਰਸਿੱਖਾਂ ਨੇ ਔਰ ਮਹਾਰਾਜ ਦੇ ਪਾਵਨ ਹੁਕਮ ਨੂੰ ਦ੍ਰਿੜ ਕਰਕੇ ਸੁਣਨ ਵਾਲੇ ਸਿੱਖਾਂ ਨੇ ਸੋ ਜੀਵਿਆ। ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਅੱਜ ਦੇ ਦਿਹਾੜੇ 31 ਅਕਤੂਬਰ 1984 ਨੂੰ ਦਿੱਲੀ ਦੇ ਤਖਤ 'ਤੇ ਬੈਠੀ ਹੋਈ ਉਸ ਹਕੂਮਤ ਦੀ ਆਗੂ ਨੂੰ ਗੁਰੂ ਕੇ ਪਿਆਰ ਵਿੱਚ ਰੰਗੇ ਗਏ ਉਹ ਮਹਾਨ ਯੋਧੇ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਉਸ ਨੂੰ ਕੀਤੇ ਦੀ ਸਜ਼ਾ ਦਿੱਤੀ, ਮੌਤ ਦੇ ਘਾਟ ਉਤਾਰਿਆ। ਔਰ ਪਾਵਨ ਬਾਣੀ ਦੇ ਇਹ ਬਚਨ ਜਿਹੜੇ ਨੇ ਸੱਚ ਕਰਕੇ ਦਿਖਾਏ, ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਡੰਨ ਦਿਓ ਰੇ। ਸੋ ਅੱਜ ਦਾ ਇਹ ਵੀ ਇੱਕ ਇਤਿਹਾਸਕ ਦਿਨ ਹੈ ਸਾਡੇ ਲਈ, ਜਿਸ ਦਿਨ ਕੌਮ ਦੀ ਲੱਥੀ ਹੋਈ ਪੱਗ ਨੂੰ ਉਹਨਾਂ ਬਹਾਦਰਾਂ ਨੇ ਮੁੜ ਸਿਰ 'ਤੇ ਰੱਖਿਆ। ਔਰ ਸੰਗਤ ਜੀ, ਇਤਿਹਾਸ ਦਾ ਉਹ ਪੰਨਾ ਆਪਾਂ ਸਾਰੇ ਜਾਣਦੇ ਹਾਂ। ਉਸ ਸਮੇਂ ਜਦੋਂ ਉਸ ਭਾਰਤੀ ਹਕੂਮਤ ਦੀ ਆਗੂ 'ਤੇ
ਅਟੈਕ ਕੀਤਾ ਗਿਆ ਔਰ ਸਿੱਖਾਂ ਦੇ ਅੰਦਰ ਯੋਧਿਆਂ ਦੇ ਸਬਰ ਦੀ ਇਹ ਮਿਸਾਲ ਹੈ। ਇੱਕ ਵੀ ਉਸ ਦਾ ਹੋਰ ਸਿਕਿਉਰਿਟੀ ਗਾਰਡ, ਕੋਈ ਬਾਡੀ ਗਾਰਡ ਜਾਂ ਨਿੱਜੀ ਸਹਾਇਕ ਕਿਸੇ ਨੂੰ ਵੀ ਇੱਕ ਗੋਲੀ ਨਹੀਂ ਲਾਈ, ਬਲਕਿ ਕੇਵਲ ਤੇ ਕੇਵਲ ਉਸ ਨੂੰ ਕੀਤੇ ਦਾ ਸਬਕ ਸਿਖਾਇਆ ਗਿਆ। ਵੱਖਰੀ ਗੱਲ ਹੈ ਉਹਨਾਂ ਜਰਵਾਣਿਆਂ ਨੇ, ਉਹਨਾਂ ਭਾਰਤੀ ਏਜੰਸੀਆਂ ਨੇ ਸਾਹਮਣੇ ਖੜ੍ਹੇ ਹੋਏ ਉਹ ਯੋਧੇ ਜਿਹੜੇ ਨਿਡਰ ਸਨ, ਗੁਰੂ ਦੇ ਹੁਕਮ ਵਿੱਚ ਸਨ, ਉਹਨਾਂ ਨੂੰ ਫੜ ਕੇ ਮੌਕੇ 'ਤੇ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਔਰ ਭਾਈ ਸਾਹਿਬ ਭਾਈ ਬੇਅੰਤ ਸਿੰਘ ਜੀ ਮੌਕੇ 'ਤੇ ਸ਼ਹੀਦ ਹੋ ਗਏ। ਭਾਈ ਸਤਵੰਤ ਸਿੰਘ ਔਰ ਨਾਲ ਭਾਈ ਕੇਹਰ ਸਿੰਘ ਹੋਰਾਂ ਨੂੰ, ਜਦ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੇ ਇਸ ਗੱਲ 'ਤੇ ਰਿਜ਼ਲਟ 'ਤੇ ਪਹੁੰਚੇ ਨੇ ਕਿ ਭਾਈ ਸਤਵੰਤ ਸਿੰਘ ਦਾ ਬਿਲਕੁਲ ਕੋਈ ਰੋਲ ਨਹੀਂ ਸੀ। ਪਰ ਕੌਣ ਕਹੇਗਾ ਭਾਰਤ ਦੀ ਇਸ ਹਕੂਮਤ ਨੂੰ, ਹਕੂਮਤ ਦੇ ਉਹ ਕਾਲੇ ਪੰਨੇ ਕੌਣ ਲਿਖੇਗਾ ਕਿ ਉਹਨਾਂ ਲੋਕਾਂ ਨੇ ਬੇਕਸੂਰ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ, ਜ਼ੁਲਮ ਕੀਤੇ ਔਰ ਇਸੇ ਤਰ੍ਹਾਂ ਭਾਈ ਕੇਹਰ ਸਿੰਘ, ਭਾਈ ਸਤਵੰਤ ਸਿੰਘ ਹੋਰਾਂ ਨੂੰ ਅੱਗੇ ਜਾ ਕੇ ਫਾਂਸੀ ਦੇ ਰੱਸੇ 'ਤੇ ਲਟਕਾ ਕੇ ਸ਼ਹੀਦ ਕੀਤਾ ਗਿਆ। ਉਹਨਾਂ ਮਹਾਨ ਯੋਧਿਆਂ ਨੂੰ ਵੀ ਆਪਾਂ ਅੱਜ ਯਾਦ ਕਰ ਰਹੇ ਹਾਂ ਔਰ ਸਤਿਗੁਰਾਂ ਦਾ ਅੱਜ ਦਾ ਪਾਵਨ ਜੋ ਚੱਲ ਰਹੀ ਲੜੀਵਾਰ ਅੰਮ੍ਰਿਤ ਗੁਰਬਾਣੀ ਦੀ ਕਥਾ ਵਿਚਾਰ ਹੈ। ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ। ਬਾਣੀ ਦੇ ਬੋਹਿਤ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਰਾਗ ਪ੍ਰਭਾਤੀ ਦੇ ਅੰਦਰ ਇਹ ਸ਼ਬਦ ਹੈ ਜੀ। ਆਓ ਸ਼ਬਦ ਵਿਚਾਰ ਨਾਲ ਜੁੜੀਏ, ਨਾਲ ਦੀ ਨਾਲ ਇਤਿਹਾਸ ਦੇ ਉਹਨਾਂ ਪੰਨਿਆਂ ਨੂੰ ਆਪਾਂ ਸਮੇਂ ਵਿੱਚ ਰਹਿ ਕੇ ਵਿਚਾਰਾਂਗੇ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਪਾਵਨ ਜੀਵਨ ਦੇ ਦਰਸ਼ਨ ਆਪ ਜੀ ਨੇ ਅੰਮ੍ਰਿਤ ਵੇਲੇ ਦੀਆਂ ਵਿਚਾਰਾਂ ਰਾਹੀਂ ਵੀ ਕੀਤੇ। ਕੱਲ੍ਹ ਵੀ ਆਪਾਂ ਵਿਚਾਰਾਂ ਕੀਤੀਆਂ ਸੀ। ਸਮੇਂ ਅਨੁਸਾਰ ਮਹਾਰਾਜ ਦੇ ਪਾਵਨ ਜੀਵਨ ਵਿੱਚੋਂ ਅਸਲ ਵਿੱਚ ਉੱਥੋਂ ਹੀ ਇਹ ਸੰਘਰਸ਼, ਇਹ ਕੁਰਬਾਨੀਆਂ ਭਰਿਆ ਇਤਿਹਾਸ ਸਾਨੂੰ ਮਿਲਦਾ ਹੈ ਜਦੋਂ ਸਤਵੇਂ ਪਾਤਸ਼ਾਹ ਮਹਾਰਾਜ ਦਾ ਜੀਵਨ ਪੜ੍ਹਦੇ ਹਾਂ। ਆਓ ਸ਼ਬਦ ਨਾਲ ਜੁੜੀਏ, ਫਿਰ ਮਹਾਰਾਜ ਦੇ ਪਾਵਨ ਜੀਵਨ ਦੇ ਦਰਸ਼ਨ ਕਰਾਂਗੇ। ਇੱਕ ਵਾਰ ਪਿਆਰ, ਸ਼ਰਧਾ ਅਤੇ ਭਾਵਨਾ ਨਾਲ ਸਾਰੇ ਜਪੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਪ੍ਰਭਾਤੀ ਮਹੱਲਾ ਪੰਜਵਾ, ਘਰ ਦੂਜਾ ਵਿਪਾਸ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਪ੍ਰਭਾਤੀ ਦੇ ਅੰਦਰ ਦੂਸਰੇ ਘਰ ਵਿੱਚ ਮਹਾਰਾਜ ਨੇ ਸ਼ਬਦ ਗਾਇਨ ਕਰਨ ਦਾ ਸਾਨੂੰ ਹੁਕਮ ਦ੍ਰਿੜ ਕਰਵਾਇਆ ਹੈ ਜੀ। ਸੰਖੇਪ ਰੂਪ ਅੰਦਰ ਸਤਿਗੁਰਾਂ ਨੇ ਮੰਗਲ ਦਾ ਉਚਾਰਨ ਅੰਕਿਤ ਕੀਤਾ ਹੈ। ਅਦੁੱਤੀ ਸਿਰਜਨਾਤਮਕ ਪਾਰ ਬ੍ਰਹਮ ਇੱਕ ਹੈ। ਇੱਕ ਪ੍ਰਭੂ ਦੀ ਪ੍ਰਾਪਤੀ ਸਤਿਗੁਰੂ ਦੀ ਬਖਸ਼ਿਸ਼ ਕਿਰਪਾ ਦੁਆਰਾ ਹੁੰਦੀ ਹੈ। ਅੱਗੇ ਮਹਾਰਾਜ ਬਖਸ਼ਿਸ਼ ਕਰਦੇ ਨੇ। ਰਹਾਉ ਦੀਆਂ ਕੇਂਦਰੀ ਪੰਕਤੀਆਂ ਸ਼ਬਦ ਦਾ ਧੁਰਾ ਹੋਇਆ ਕਰਦਾ ਹੈ। ਸ਼ਬਦ ਦਾ ਸੋਮਾ ਮਰਕਜ਼ ਹੈ, ਕੇਂਦਰ ਬਿੰਦੂ ਹੈ ਔਰ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ। ਹਰ ਕੋ ਨਾਮ ਜਪੀਐ ਨੀਤ। ਮਹਾਰਾਜ ਬਖਸ਼ਿਸ਼ ਕਰਦੇ ਨੇ, ਰਹਿਮਤ ਕਰਦੇ। ਜਪੀਏ ਦਾ ਅਰਥ ਹੈ ਜੀ ਜਪਣਾ ਚਾਹੀਦਾ ਹੈ। ਨੀਤ ਭਾਵ ਨਿਤ, ਸਦਾ ਹੀ। ਮਹਾਰਾਜ ਬਖਸ਼ਿਸ਼ ਕਰਦੇ ਨੇ, ਰਹਿਮਤ ਕਰਦੇ ਨੇ। ਹਜ਼ੂਰ ਕਹਿੰਦੇ, ਹੇ ਭਾਈ, ਪਰਿਪੂਰਨ ਪਰਮਾਤਮਾ ਦਾ ਨਾਮ ਜਿਹੜਾ ਹੈ ਸਦਾ ਜਪਣਾ ਚਾਹੀਦਾ ਹੈ। ਸਦਾ ਪਰਮੇਸ਼ਰ ਦੀ ਯਾਦ ਵਿੱਚ ਜੁੜਨਾ ਚਾਹੀਦਾ ਹੈ ਔਰ ਨਾਮ ਜਪਣਾ ਵਾਰ-ਵਾਰ ਇਹ ਉਪਦੇਸ਼ ਦ੍ਰਿੜ ਕਰਵਾਇਆ ਜਾਂਦਾ ਹੈ। ਨਾਮ ਜਪਣਾ ਕਿਵੇਂ ਹੈ? ਜਦੋਂ ਸਾਧ ਸੰਗਤ ਜੀ ਗੱਲ ਇੱਥੇ ਪਹੁੰਚਦੀ ਹੈ ਤਾਂ ਕਈ ਵਾਰ ਅਸੀਂ ਜਾਣੇ ਅਣਜਾਣੇ ਵਿੱਚ ਭੁਲੇਖਾ ਖਾ ਜਾਂਦੇ ਹਾਂ ਔਰ ਨਾਮ ਜਪਣ ਦੇ ਜਿਹੜੀਆਂ ਵਿਧੀਆਂ ਨੇ, ਢੰਗ ਨੇ,
ਤਰੀਕੇ ਨੇ ਉਹ ਦੇਹਧਾਰੀ ਗੁਰੂਆਂ ਨੇ ਜਿਸ ਤਰ੍ਹਾਂ ਦੇ ਵੀ ਸਿਲਸਿਲੇ ਚਲਾਏ ਹੋਏ ਨੇ, ਉਹਨਾਂ ਦੇ ਡੇਰਿਆਂ 'ਤੇ ਉਹਨਾਂ ਦੇ ਦਰ 'ਤੇ ਅਸੀਂ ਪਹੁੰਚ ਜਾਂਦੇ ਹਾਂ, ਜਿਸ ਦੀ ਗੁਰਮਤ ਆਗਿਆ ਨਹੀਂ ਦਿੰਦੀ। ਮਹਾਰਾਜ ਕਹਿੰਦੇ ਕਿਸੇ ਨੂੰ ਕੋਈ ਪੁੱਛਣ ਦੀ ਲੋੜ ਨਹੀਂ। ਪ੍ਰਸ਼ਾਦਾ ਅਸੀਂ ਛਕਦੇ ਹਾਂ, ਆਪਣੀ ਕਿਰਤ ਕਰਦੇ ਹਾਂ, ਇਹ ਸਾਰਾ ਕੁਝ ਮਨੁੱਖ ਆਪ ਆਪਣੇ ਜੀਵਨ ਵਿੱਚ ਕਰਮ ਕਰਦਾ ਹੈ। ਫਿਰ ਮਹਾਰਾਜ ਹੁਕਮ ਕਰਦੇ ਨੇ, ਐ ਸਿੱਖਾ, ਨਾਮ ਜਪਣ ਦਾ ਬਸ ਤਰੀਕਾ ਤੈਨੂੰ ਮਹਾਰਾਜ ਨੇ ਆਪ ਬਾਣੀ ਅੰਦਰ ਦ੍ਰਿੜ ਕਰਵਾਇਆ। ਹਜ਼ੂਰ ਕਹਿੰਦੇ ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਨਣਾ ਗੁਰ ਨਾਉ। ਹਿਰਦੇ ਦੇ ਅੰਦਰ ਪ੍ਰਮਾਤਮਾ ਦੀ ਯਾਦ, ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਦ੍ਰਿੜ ਕਰੀ ਜਾਣਾ। ਜਿਹਵਾ ਦੇ ਦੁਆਰਾ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰਨਾ ਹੈ। ਹਿਰਦੇ ਦੇ ਅੰਦਰ ਮਾਲਕ ਦਾ ਧਿਆਨ ਧਰਨਾ ਹੈ। ਔਰ ਨੇਤਰੀ ਸਤਿਗੁਰ ਪੇਖਣਾ, ਸਤਿਗੁਰੂ ਦੇ ਨੇਤਰਾਂ ਦੁਆਰਾ ਦਰਸ਼ਨ ਕਰਨੇ ਨੇ। ਔਰ ਕੰਨਾਂ ਦੇ ਨਾਲ ਜੋ ਅਸੀਂ ਬੋਲ ਰਹੇ ਹਾਂ ਉਸ ਨੂੰ ਸੁਣਨਾ ਹੈ। ਜਦੋਂ ਇਸ ਤਰ੍ਹਾਂ ਦੀ ਬਖਸ਼ਿਸ਼ ਹੋ ਜਾਵੇ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਨਣਾ ਗੁਰ ਨਾਉ, ਫਿਰ ਮਹਾਰਾਜ ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ ਨੇ ਮਾਲਕ ਦੇ ਦਰ 'ਤੇ ਤੈਨੂੰ ਥਾਂ ਪ੍ਰਾਪਤ ਹੋਵੇਗੀ। ਔਰ ਇਸ ਤਰ੍ਹਾਂ ਦੇ ਬਚਨ ਮਹਾਰਾਜ ਨੇ ਬਹੁਤ ਵਾਰ ਦ੍ਰਿੜ ਕਰਵਾਏ। ਸੰਗਤ ਜੀ, ਯਤਨ ਕਰਿਆ ਕਰੀਏ, ਕਿਤੇ ਬਾਣੀ ਪੜ੍ਹ ਲਿਆ ਕਰੀਏ। ਕਿੰਨਾ ਸੁੰਦਰ ਉਪਰਾਲਾ ਕੀਤਾ ਗਿਆ ਹੈ ਗੁਰੂ ਘਰ ਵੱਲੋਂ। ਸ੍ਰੀ ਸਹਿਜ ਪਾਠ ਆਰੰਭ ਹੋਏ ਨੇ, ਔਰ ਸਹਿਜ ਪਾਠ ਸਰਬੱਤ ਦੇ ਭਲੇ ਲਈ ਨੇ। ਰੋਜ਼ਾਨਾ ਸਵੇਰ ਨੂੰ ਤਕਰੀਬਨ ਪੌਣਾ ਘੰਟਾ ਗੁਰੂ ਕੇ ਦਰ ਤੋਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦੇ ਪ੍ਰਵਾਹ ਚੱਲ ਰਹੇ ਨੇ। ਔਰ ਜਿੰਨੇ ਵੀ ਅੱਜ ਦੇ ਯੁੱਗ ਦੇ ਸਾਧਨ ਨੇ, TV ਰਾਹੀਂ, YouTube, Facebook, ਜਿੰਨੇ ਵੀ ਸਾਧਨ ਨੇ, ਸਾਰੇ ਸਾਧਨ ਜਿਹੜੇ ਗੁਰੂ ਘਰ ਵੱਲੋਂ ਮੁਹੱਈਆ ਕਰਵਾਏ ਗਏ ਨੇ। ਔਰ ਸ਼ਾਮ ਨੂੰ ਵੀ ਇਸੇ ਤਰ੍ਹਾਂ ਤਕਰੀਬਨ 7:15 ਤੋਂ 8 ਵਜੇ ਤੱਕ ਇਹ ਪ੍ਰਵਾਹ ਚੱਲਦਾ ਹੈ। ਆਪ ਜੀ ਹਾਜ਼ਰੀਆਂ ਭਰਿਆ ਕਰੋ, ਜਿਹੜੇ ਭਰਦੇ ਨੇ ਉਹ ਭਾਗਾਂ ਵਾਲੇ ਨੇ। ਔਰ ਇਹ ਪ੍ਰਵਾਹ ਜਿਹੜਾ ਨਿਰੰਤਰ ਚੱਲ ਰਿਹਾ ਹੈ, ਜਦੋਂ ਅਸੀਂ ਸਹਿਜ ਦੇ ਨਾਲ ਬਾਣੀ ਪੜ੍ਹਾਂਗੇ, ਸੁਣਾਂਗੇ, ਤਾਂ ਸਾਨੂੰ ਇਹ ਜਿਹੜੇ ਸਿਧਾਂਤ ਨੇ ਮਹਾਰਾਜ ਨੇ ਦਿੱਤੇ, ਇਹਨਾਂ ਦੀ ਸਮਝ ਆ ਜਾਵੇਗੀ। ਫਿਰ ਇੱਧਰ ਉੱਧਰ ਭਟਕਣ ਦੀ ਲੋੜ ਨਹੀਂ ਰਹਿਣੀ, ਕਿਉਂਕਿ ਮਹਾਰਾਜ ਦੇ ਪਾਵਨ ਇਹ ਬਚਨ ਨੇ। ਹਜ਼ੂਰ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਜਪਣਾ ਹੈ, ਔਰ ਸਹਿਜ ਦੇ ਨਾਲ। ਸਹਿਜ ਬਲੋਵੋ ਜੈਸੇ ਤਤ ਨਾ ਜਾਈ। ਮਹਾਰਾਜ ਕਹਿੰਦੇ ਨੱਚਿਆ ਟੱਪਿਆ ਭਗਤ ਨਾ ਹੋਈ। ਇਸ ਤਰ੍ਹਾਂ ਦੇ ਵੀ ਕੁਝ ਲੋਕ ਸਾਧਨ ਦਿਖਾਉਂਦੇ ਨੇ, ਦਰਸਾਉਂਦੇ ਨੇ, ਪਰ ਮਹਾਰਾਜ ਕਹਿੰਦੇ ਨਹੀਂ। ਇਸੇ ਲਈ ਸਤਿਗੁਰੂ ਇੱਥੇ ਕਿਰਪਾ ਕਰਦੇ ਨੇ। ਸਾਹਿਬ ਕਹਿੰਦੇ ਹਰ ਕੋ ਨਾਮ ਜਪੀਐ ਨੀਤ, ਨਿਤ ਜਪਣਾ ਚਾਹੀਦਾ ਪ੍ਰਭੂ ਦਾ ਨਾਮ, ਜੁੜਨਾ ਚਾਹੀਦਾ ਹੈ ਕਿਰਤ ਵਿਰਤ ਕਰਦਿਆਂ। ਪਰਮੇਸ਼ਰ ਦੀ ਯਾਦ ਵਿੱਚ ਜੁੜਾਂਗੇ ਤਾਂ ਫਿਰ ਪ੍ਰਾਪਤ ਕੀ ਹੋਵੇਗਾ? ਕੁਦਰਤੀ ਹੈ। ਮਨੁੱਖ ਹਰ ਗੱਲ ਦੇ ਲਈ ਸਵਾਲ ਹੈ ਸਾਡੇ ਮਨਾਂ ਦੇ ਅੰਦਰ। ਕੁਝ ਕਰਾਂਗੇ ਉਹਦਾ ਮਿਲੇਗਾ ਕੀ? ਕੁਝ ਕਰਨ ਦੇ ਨਾਲ ਸਾਨੂੰ ਪ੍ਰਾਪਤ ਕੀ ਹੋਵੇਗਾ? ਸੰਸਾਰ ਦੇ ਅਸੀਂ ਕਰਮ ਕਰਦੇ ਹਾਂ ਤਾਂ ਸਾਨੂੰ ਉਸ ਦੀ ਮਿਹਨਤ ਮਿਲਦੀ, ਉਸ ਦਾ ਫਲ ਮਿਲਦਾ ਹੈ। ਇਸੇ ਤਰ੍ਹਾਂ ਮਨੁੱਖ ਚਾਹੁੰਦਾ ਹੈ, ਨਾਮ ਜਪਣ ਦਾ ਵਾਰ-ਵਾਰ ਉਪਦੇਸ਼ ਦਿੱਤਾ ਜਾਂਦਾ ਹੈ। ਨਾਮ ਜਪਣ ਦਾ ਲਾਭ ਕੀ ਹੈ? ਨਾਮ ਜਪਣ ਦਾ ਲਾਹਾ ਕੀ ਹੈ? ਤਾਂ ਮਹਾਰਾਜ ਇੱਥੇ ਕਹਿੰਦੇ ਨੇ ਕਾਮ ਕ੍ਰੋਧ ਅਹੰਕਾਰ ਬਿਨਸੈ, ਲੱਗਾ ਏਕੈ ਪਰੀਤ। ਮਹਾਰਾਜ ਕਹਿੰਦੇ ਜਿਹੜਾ ਮਨੁੱਖ ਨਾਮ ਜਪਦਾ ਹੈ, ਕਿਉਂਕਿ ਨਾਮ ਦੀ ਬਖਸ਼ਿਸ਼ ਹਜ਼ੂਰ ਕਹਿੰਦੇ ਨੇ ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਦਰਿਓ, ਗਨਕਾਹੂ ਗਤ ਪਾਈ। ਅਜਾਮਲ ਪਾਪੀ ਜਗ ਜਾਣੇ,
ਗਨਕਾ ਅਜਾਮਲ ਦੀਆਂ ਕਹਾਣੀਆਂ ਆਪਾਂ ਸੁਣੀਆਂ ਨੇ। ਮਹਾਰਾਜ ਕਹਿੰਦੇ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਮਨੁੱਖ ਦੇ ਅੰਦਰੋਂ ਕਾਮ, ਕ੍ਰੋਧ, ਅਹੰਕਾਰ, ਜਿੰਨੇ ਵੀ ਇਹ ਵਿਕਾਰ ਨੇ, ਹਰੇਕ ਜਿਹੜਾ ਹੈ ਇਹਨਾਂ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਔਰ ਵਿਕਾਰਾਂ ਦਾ ਨਾਸ਼ ਹੋ ਜਾਂਦਾ ਹੈ। ਅਤੇ ਮਨੁੱਖ ਦੇ ਅੰਦਰ ਪਰਮਾਤਮਾ ਦੀ ਇੱਕ ਪ੍ਰੀਤ, ਪਰਮਾਤਮਾ ਨਾਲ ਜਿਹੜਾ ਸਨੇਹ ਹੈ, ਪਿਆਰ ਹੈ, ਉਹ ਬਣ ਜਾਂਦਾ ਹੈ, ਬਣਿਆ ਰਹਿੰਦਾ ਹੈ। ਇਹੀ ਕਾਰਨ ਹੈ, ਜਿੱਥੇ ਪ੍ਰੀਤ ਹੈ, ਜਿੱਥੇ ਪਿਆਰ ਹੈ, ਸਨੇਹ ਹੈ, ਮਹਾਰਾਜ ਕਹਿੰਦੇ ਉੱਥੇ ਪਰਮਾਤਮਾ ਹੈ। ਸਾਚ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਨਣਾ, ਜਬ ਮਨ ਗੋਬਿੰਦ ਏਕੈ, ਅਵਰ ਨਹੀਂ ਕੋ ਲੇਖੈ। ਮਹਾਰਾਜ ਇੱਥੇ ਕਿਰਪਾ ਕਰਦੇ, ਇੱਕ ਪ੍ਰੀਤ, ਇੱਕ ਪਿਆਰ, ਸਨੇਹ ਬਣ ਜਾਂਦਾ ਹੈ ਜੀ। ਨਾਮ ਜਪਣ ਦੇ ਨਾਲ ਵਿਕਾਰਾਂ ਤੋਂ ਮੁਕਤੀ ਮਿਲਦੀ ਹੈ। ਹੁਣ ਮਹਾਰਾਜ ਆਰੰਭ ਅੰਦਰ ਕਿਰਪਾ ਕਰਦੇ, ਆਵਰ ਨ ਦੂਜਾ ਠਾਉ, ਨਾਹੀ ਬਿਨ ਹਰਿ ਨਾਉ। ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਕੋਈ ਦੂਜਾ ਸਾਡੇ ਲਈ ਆਸਰਾ ਨਹੀਂ। ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੋਈ ਸਹਾਰਾ ਵੀ ਨਹੀਂ ਹੈ। ਸਰਬ ਸਿੱਧ ਕਲਿਆਣ, ਪੂਰਨ ਹੋਏ ਸਗਲੇ ਕਾਮ। ਲੋ ਮਹਾਰਾਜ ਨੇ ਕਿਰਪਾ ਕਰਤੀ, ਜਿਹਦੇ ਲਈ ਮਨੁੱਖ ਰਾਤ ਨੇ ਇੱਧਰ ਉੱਧਰ ਅਸੀਂ ਦੇਖਦੇ ਹਾਂ, ਭਟਕਦੇ ਹਾਂ। ਮਹਾਰਾਜ ਕਹਿੰਦੇ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਸਾਰੀਆਂ ਜਿਹੜੀਆਂ ਸਿੱਧੀਆਂ ਨੇ, ਸਾਰੇ ਸੁੱਖ ਨੇ, ਉਹ ਆ ਜਾਂਦੇ। ਵੈਸੇ ਮਹਾਰਾਜ ਕਹਿੰਦੇ ਨੇ ਰਿੱਧ ਸਿੱਧ ਅਵਰਾ ਸਾਧ, ਇਹ ਦੂਸਰਾ ਰਸ ਹੈ। ਇਹਦੇ ਵਿੱਚ ਆਤਮਿਕ ਰਸ ਨਹੀਂ ਰਿੱਧੀਆਂ ਸਿੱਧੀਆਂ ਦੇ ਵਿੱਚ। ਅਸਲ 'ਤੇ ਕੁਦਰਤੀ ਮਾਲਕ ਦੀ ਜਿਹੜੀ ਬਖਸ਼ਿਸ਼ ਹੈ, ਸਹਿ ਸੁਭਾਅ ਅੰਦਰ ਵਰਤਦੀ ਹੈ ਜੀਵਨ ਵਿੱਚ, ਉਹੀ ਬਖਸ਼ਿਸ਼ ਹੈ। ਗੁਰਮਤਿ ਦੇ ਅੰਦਰ ਬਖਸ਼ਿਸ਼ ਦਾ ਸਿਧਾਂਤ ਹੈ। ਪਰ ਮਹਾਰਾਜ ਕਹਿੰਦੇ ਲੋਕਾਂ ਦੀ ਇੱਛਾ ਹੈ ਰਿੱਧੀਆਂ ਸਿੱਧੀਆਂ ਦੀ, ਔਰ ਉਹ ਵੀ ਤੇਰੀਆਂ ਦਾਸੀਆਂ ਬਣ ਜਾਣਗੀਆਂ। ਨਾਮ ਜਪਣ ਦੇ ਨਾਲ ਸਾਰੇ ਕੰਮ ਜਿਹੜੇ ਨੇ ਉਹ ਸਫਲ ਹੋ ਜਾਂਦੇ ਨੇ ਜੀ। ਅੱਗੇ ਹਜ਼ੂਰ ਕਿਰਪਾ ਕਰਦੇ, ਰਹਾਓ ਵਿਸਰਾਮ ਦੇ ਕੇ, ਨਾਮ ਲਾਗੈ ਦੂਖ ਭਾਗੈ, ਸਰਨ ਪਾਲਨ ਜੋਗ। ਸਤਿਗੁਰ ਭੇਟੈ ਜਮਨਾ ਤੇਟੈ, ਜਿਸ ਤੁਰ ਹੋਵੈ ਸੰਜੋਗ। ਜਿਹੜਾ ਪਰਮਾਤਮਾ ਦੇ ਨਾਮ ਵਿੱਚ ਜੁੜ ਗਿਆ, ਉਹਦੇ ਸਾਰੇ ਦੁੱਖ ਦੂਰ ਹੁੰਦੇ ਨੇ। ਔਰ ਪਰਮਾਤਮਾ ਦੀ ਸ਼ਰਨ ਪਿਆ ਮਾਲਕ ਮਨੁੱਖਾਂ ਦੀ ਆਪ ਰੱਖਿਆ ਕਰਦਾ, ਆਪ ਇੱਜ਼ਤ ਪੱਤ ਰੱਖਦਾ ਹੈ। ਜਿਸ ਪੱਤ ਰੱਖੈ ਸੱਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਈ। ਅੱਗੇ ਮਹਾਰਾਜ ਕਹਿੰਦੇ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੀ ਦਰਗਾਹ ਤੋਂ ਹੀ ਗੁਰੂ ਦਾ ਮਿਲਾਪ ਦਾ ਅਵਸਰ ਮਿਲਦਾ ਹੈ, ਉਹਨਾਂ ਨੂੰ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਅਤੇ ਉਹਨਾਂ ਮਨੁੱਖਾਂ ਨੂੰ ਫਿਰ ਜਮਾਂ ਦਾ ਭੈ ਜਿਹੜਾ ਨਹੀਂ ਵਿਆਪਦਾ, ਜਮ ਉਹਦੇ ਨੇੜੇ ਨਹੀਂ ਆਉਂਦੇ। ਰੈਣ ਦਿਨ ਧਿਆਏ ਹਰ ਹਰ, ਤਜੋ ਮਨ ਕੇ ਭਰਮ। ਮਹਾਰਾਜ ਕਹਿੰਦੇ ਸਾਰੀਆਂ ਇੱਧਰ ਉੱਧਰ ਦੀਆਂ ਮਨ ਦੀਆਂ ਭਟਕਣਾ ਛੱਡ ਦਿਓ ਅਤੇ ਦਿਨ ਰਾਤ ਪਰਮਾਤਮਾ ਨੂੰ ਯਾਦ ਕਰੋ। ਐਸਾ ਨਾ ਹੋਵੇ ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਮਹਾਰਾਜ ਕਹਿੰਦੇ ਦਿਨ ਰਾਤ ਪਰਮੇਸ਼ਰ ਦੀ ਯਾਦ ਵਿੱਚ ਜੁੜੋ, ਮਨ ਦੇ ਸ਼ੰਕੇ ਭਰਮ ਜਿਹੜੇ ਤਿਆਗ ਦਵੋ। ਸਾਧ ਸੰਗਤ ਹਰ ਮਿਲਾਏ, ਜਿਸੇ ਪੂਰਨ ਕਰਮ। ਜਿਹੜੇ ਮਾਲਕ ਦੀ ਯਾਦ ਵਿੱਚ ਜੁੜਦੇ ਨੇ, ਉਹਨਾਂ ਨੂੰ ਗੁਰੂ ਸੰਗਤ ਵਿੱਚੋਂ ਹੀ ਪਰਮਾਤਮਾ ਮਿਲਦਾ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਅੱਗੇ ਮਹਾਰਾਜ ਕਿਰਪਾ ਕਰਦੇ, ਜਨਮ ਜਨਮ ਬਿਖਾਦ ਬਿਨਸੇ, ਰਾਖ ਲੀਨੇ ਆਪ। ਮਾਤ ਪਿਤਾ ਮੀਤ ਭਾਈ, ਜਨ ਨਾਨਕ ਹਰ ਹਰ ਜਾਪ। ਸਭ ਕਹਿੰਦੇ ਪਰਮਾਤਮਾ ਦਾ ਨਾਮ ਜਪੀਏ। ਪਰਮਾਤਮਾ ਹੀ ਸਾਡਾ ਮਾਂ ਪਿਓ ਹੈ, ਪਰਮਾਤਮਾ ਹੀ ਭਾਈ ਹੈ। ਔਰ ਪਰਮਾਤਮਾ ਦਾ ਨਾਮ ਜਪਣ ਨਾਲ ਅਨੇਕਾਂ ਤਰ੍ਹਾਂ ਦੇ ਦੁੱਖਾਂ ਤੋਂ, ਕਲੇਸ਼ਾਂ ਤੋਂ ਨਾਸ ਹੁੰਦਾ ਹੈ। ਦੁੱਖਾਂ ਤੋਂ ਪਰਮਾਤਮਾ ਬਚਾਉਂਦਾ। ਕਲੀ ਕਾਲ ਕੇ ਮਿਟੇ ਕਲੇਸ਼ਾ, ਏਕੋ ਨਾਮ ਮਨ ਮੈਂ ਪ੍ਰਵੇਸ਼ਾ। ਹਜ਼ੂਰ ਨੇ ਨਾਮ ਦੀ ਮਹਿਮਾ ਦੀ ਵਡਿਆਈ ਬਖਸ਼ਿਸ਼ ਕੀਤੀ ਹੈ।
ਔਰ ਜਿਨ੍ਹਾਂ ਨੇ ਜਪਿਆ ਸੰਗਤ ਜੀ, ਜਿਨ੍ਹਾਂ ਨੇ ਨਾਮ ਨੂੰ ਹਿਰਦੇ ਅੰਦਰ ਧਾਰ ਲਿਆ, ਉਹਨਾਂ ਨੇ ਆਪਾ ਕੁਰਬਾਨ ਕਰ ਦਿੱਤਾ। ਸਾਕਾ ਪੰਜਾ ਸਾਹਿਬ 30 ਅਕਤੂਬਰ 1922 ਨੂੰ ਅਸਲ ਇਹਦੀ ਸ਼ੁਰੂਆਤ ਹੁੰਦੀ ਹੈ ਗੁਰੂ ਕੇ ਬਾਗ ਦੇ ਸਾਕੇ ਤੋਂ। ਇਤਿਹਾਸ ਲੰਮਾ ਹੈ, ਫਿਰ ਕਿਤੇ ਸਮਾਂ ਬਣਿਆ। ਗੁਰੂ ਕੇ ਬਾਗ ਦੇ ਅੰਦਰ ਸਮਝੌਤਾ ਤਾਂ ਉਸ ਮਹੰਤ ਨਾਲ ਹੋ ਚੁੱਕਾ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਪਰ ਗੁਰੂ ਘਰ ਦੀ ਜ਼ਮੀਨ ਦੇ ਅੰਦਰ ਦਰਖਤ ਵੱਢਣ ਤੋਂ ਲੈ ਕੇ ਮੁੜ ਝਗੜਾ ਸ਼ੁਰੂ ਹੋਇਆ। ਸਿੱਖਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਔਰ ਅੰਮ੍ਰਿਤਸਰ ਤੋਂ ਰੇਲ ਦੇ ਰਾਹੀਂ ਅਟਕ ਦੇ ਕਿਲ੍ਹੇ ਵਿੱਚ ਸਿੱਖਾਂ ਨੂੰ ਬੰਦ ਕਰਨ ਲਈ ਲਿਜਾਇਆ ਜਾ ਰਿਹਾ ਸੀ। ਤਕਰੀਬਨ 200 ਦੀ ਗਿਣਤੀ ਸੀ ਉਸ ਕਾਫਲੇ ਦੇ ਵਿੱਚ। ਪੰਜਾ ਸਾਹਿਬ ਵਿਖੇ ਭਾਈ ਪ੍ਰਤਾਪ ਸਿੰਘ ਹੋਰਾਂ, ਭਾਈ ਕਰਮ ਸਿੰਘ ਹੋਰਾਂ, ਹੋਰ ਸਿੱਖਾਂ ਨੇ ਫੈਸਲਾ ਕੀਤਾ, ਆ ਰਹੇ ਇਹਨਾਂ ਭਰਾਵਾਂ ਨੂੰ, ਸਿੱਖਾਂ ਨੂੰ ਅਸੀਂ ਲੰਗਰ ਛਕਾਉਣਾ ਹੈ। ਰੇਲਵੇ ਵਿਭਾਗ ਦੇ ਅੱਗੇ ਵੀ ਗੱਲ ਰੱਖੀ, ਪਰ ਸਾਰੇ ਪਾਸਿਆਂ ਤੋਂ ਨਾ ਹੋ ਗਈ। ਅਰਦਾਸ ਕਰਕੇ ਤੁਰੇ ਸਨ ਪੰਜਾ ਸਾਹਿਬ ਦੀ ਪਾਵਨ ਧਰਤੀ ਤੋਂ। ਹਸਨ ਅਬਦਾਲ ਸਟੇਸ਼ਨ 'ਤੇ ਜਦੋਂ ਟ੍ਰੇਨ ਆਈ, ਗੁਰੂ ਕੇ ਸਿੱਖ ਅੱਗੇ ਬੈਠ ਗਏ ਔਰ ਲੰਘਦੀ ਹੋਈ ਟ੍ਰੇਨ ਨੇ ਭਾਈ ਕਰਮ ਸਿੰਘ ਨੂੰ ਔਰ ਭਾਈ ਪ੍ਰਤਾਪ ਸਿੰਘ ਹੋਰਾਂ ਨੂੰ ਦਰੜ ਕੇ ਸ਼ਹੀਦ ਕਰ ਦਿੱਤਾ। ਇਤਿਹਾਸ ਲੰਮਾ ਹੈ। ਉਹਨਾਂ ਦੀਆਂ ਸ਼ਹਾਦਤਾਂ ਹੋਈਆਂ, ਸਾਕੇ ਵਰਤ ਗਏ, ਪਰ ਗੁਰੂ ਕੇ ਧਾਮ ਜਿਹੜੇ ਸਨ ਉਹ ਮਹੰਤਾਂ ਤੋਂ ਆਜ਼ਾਦ ਹੋ ਗਏ। ਔਰ 31 ਅਕਤੂਬਰ ਦਾ ਦਿਨ ਆਪ ਜੀ ਨੂੰ ਪਹਿਲਾਂ ਦਰਸਾਇਆ ਹੈ। ਸਮੇਂ ਦੀ ਹਕੂਮਤ ਜ਼ਾਲਮ ਨੇ 1984 ਨੂੰ ਜੋ ਕੁਝ ਕੀਤਾ ਆਪਣੇ ਸਾਹਮਣੇ ਹੈ ਸੰਗਤ ਜੀ, ਔਰ ਉਹਦੇ ਕੀਤੇ ਦਾ ਉਸ ਨੂੰ ਸਬਕ ਜਿਹੜਾ ਹੈ ਗੁਰੂ ਕੇ ਲਾਲਾ ਨੇ ਆਪਾ ਕੁਰਬਾਨ ਕਰਕੇ ਸਿਖਾਇਆ। ਇਹ ਸਾਰੀ ਜਿਹੜੀ ਬਖਸ਼ਿਸ਼ ਸੀ ਇਹ ਗੁਰੂ ਨਾਨਕ ਦੇ ਘਰ ਅੰਦਰੋਂ ਮਿਲਦੀ ਹੈ। ਔਰ 7ਵੇਂ ਜਾਮੇ ਅੰਦਰ ਗੁਰੂ ਹਰਿਰਾਏ ਸਾਹਿਬ ਮਹਾਰਾਜ, ਜਿਨ੍ਹਾਂ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਵੀ ਆਪਾਂ ਮਨਾ ਰਹੇ ਹਾਂ, ਮਹਾਰਾਜ ਗੁਰੂ ਹਰਿਰਾਏ ਸਾਹਿਬ 6ਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਸਨ। ਰਿਸ਼ਤੇ ਵਿੱਚੋਂ ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਸਨ, ਗੁਰਤਾ 'ਤੇ ਬਿਰਾਜਮਾਨ ਹੋਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤਖਤ ਦੀ ਸਿਰਜਣਾ ਕੀਤੀ ਸੀ, ਵੱਡੀ ਫੌਜ ਤਿਆਰ ਕੀਤੀ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਸਮੇਂ ਦੀ ਹਕੂਮਤ ਨੂੰ ਲਲਕਾਰਿਆ, ਵੱਡੇ 4 ਧਰਮ ਯੁੱਧ ਕੀਤੇ 6ਵੇਂ ਸਤਿਗੁਰਾਂ ਨੇ। ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਵੀ 2200 ਘੋੜ ਸਵਾਰ ਤਿਆਰ ਬਰਤਿਆਰ ਫੌਜਾਂ ਜਿਹੜੀਆਂ ਸਨ ਹਮੇਸ਼ਾ ਆਪਣੇ ਨਾਲ ਰੱਖਦੇ ਸਨ। ਬੜਾ ਇਤਿਹਾਸ ਹੈ ਮਹਾਰਾਜ ਦਾ। ਦਿੱਲੀ ਦੇ ਤਖਤ ਦੀ ਹਕੂਮਤ ਨੇ ਸੁਨੇਹਾ ਭੇਜਿਆ, ਆਓ ਸਾਡੇ ਨਾਲ ਕੁਝ ਗੱਲ ਕਰੋ, ਬੈਠੋ। ਮਹਾਰਾਜ ਨੇ ਆਪਣੇ ਸਪੁੱਤਰ ਰਾਮ ਰਾਏ ਨੂੰ ਭੇਜਿਆ। ਬੜਾ ਸਿਆਣਾ ਸੀ, ਪਰ ਮਹਾਰਾਜ ਦੇ ਬਚਨ ਨੇ ਜਿਸ ਨੂੰ ਆਪ ਖੁਆਏ ਕਰਤਾ, ਖੁਸ ਲਏ ਚੰਗਿਆਈ। ਮੱਤ ਮਾਰੀ ਗਈ, ਲਾਲਚ ਆ ਗਿਆ, ਅਨਭਵ ਸੀ, ਦਿਸਦਾ ਸੀ, ਔਰ ਧੱਕੇ ਦੇ ਨਾਲ ਗੁਰਤਾ ਦੇ ਬਿਰਾਜਮਾਨ ਹੋਣਾ ਚਾਹੁੰਦਾ ਸੀ, ਪਰ ਮਹਾਰਾਜ ਦੀ ਬਖਸ਼ਿਸ਼ਾਂ ਤੋਂ ਵਾਂਝਾ ਹੋ ਗਿਆ। ਦਿੱਲੀ ਦੇ ਅੰਦਰ ਜਦੋਂ ਹਕੂਮਤ ਨਾਲ ਕੁਝ ਵਿਚਾਰਾਂ ਹੋਈਆਂ, ਧੁਰਕੀ ਬਾਣੀ ਦੀ ਪੰਕਤੀ ਹੀ ਬਦਲ ਕੇ ਰੱਖ ਦਿੱਤੀ। ਅੱਜ ਵੀ ਬਦਕਿਸਮਤੀ ਹੈ ਸਾਡੀਆਂ ਹੀ ਸਟੇਜਾਂ ਤੋਂ ਕੁਝ ਇਸ ਤਰ੍ਹਾਂ ਦੇ ਲੋਕ ਕੱਚੀ ਬਾਣੀ ਪੜ੍ਹ ਕੇ ਉਸ ਨੂੰ ਬਾਣੀ ਦੱਸ ਕੇ ਅੰਮ੍ਰਿਤ ਬਾਣੀ ਦਾ ਅਨਰਥ ਕਰ ਰਹੇ ਨੇ, ਬੇਅਦਬੀ ਕਰ ਰਹੇ ਨੇ। ਸੁਚੇਤ ਹੋਈਏ। ਮਹਾਰਾਜ ਨੂੰ ਪਤਾ ਲੱਗਾ, 7ਵੇਂ ਪਾਤਸ਼ਾਹ ਨੂੰ ਕਹਿਣ ਲੱਗੇ, ਨੈ ਮਲੇਸ਼ ਕੋ ਦਰਸ਼ਨ ਦੇ ਹੈ। ਮਹਾਰਾਜ ਕਹਿੰਦੇ ਅੱਜ ਤੋਂ ਰਾਮ ਰਾਏ ਸਾਡੇ ਮੱਥੇ ਨਾ ਲੱਗੇ। ਇਸੇ ਹੀ ਪਰੰਪਰਾ ਨੂੰ ਅੱਗੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਕਾਇਮ ਰੱਖਿਆ। ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ 5.5 ਸਾਲ ਦੀ ਆਜੂ ਵਿੱਚ ਗੁਰਤਾ 'ਤੇ ਬਿਰਾਜਮਾਨ ਹੋਏ ਨੇ। ਸਮਾਂ ਗੁਰਤਾ ਦਾ ਭਾਵੇਂ ਥੋੜ੍ਹਾ ਹੈ, ਕਾਰਜ ਵੱਡੇ ਨੇ, ਮਹਾਨ ਬਖਸ਼ਿਸ਼ਾਂ ਨੇ, ਕਿਉਂਕਿ ਜੋਤ ਓਹਾ ਜੁਗਤ ਸਾਏ ਸਹਿਕਾਇਆ ਪੇਰ ਪਲਟੀਏ। ਸੰਗਤ ਜੀ, ਅਸਲ ਵਿੱਚ ਜਿਹੜੀ ਨਾਮ ਮਿਲਵਰਤਨ ਦੀ ਲਹਿਰ ਸੀ ਉਹ ਗੁਰੂ ਹਰਿਰਾਏ ਸਾਹਿਬ ਜੀ ਨੇ ਆਰੰਭ ਕਰ ਦਿੱਤੀ ਸੀ। ਉਸੇ ਲਹਿਰ ਨੂੰ ਬਾਬਾ ਰਾਮ ਸਿੰਘ ਜੀ ਕੂਕਾ ਲਹਿਰ ਵਾਲਿਆਂ ਨੇ ਵੀ ਕਾਇਮ ਰੱਖਿਆ। ਭਾਵੇਂ ਕੁਝ ਵੀਰ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਬਾਬਾ ਰਾਮ ਸਿੰਘ ਹੋਰਾਂ ਨੇ ਇਹ ਲਹਿਰ ਚਲਾਈ, ਉਹਨਾਂ ਦੀ ਕੁਰਬਾਨੀ ਵੱਡੀ ਹੈ, ਉਹਨਾਂ ਦਾ ਪੰਥ ਨੂੰ ਵੱਡੀ ਦੇਣ ਹੈ ਉਸ ਸਮੇਂ, ਪਰ ਇਸ ਲਹਿਰ ਦੇ ਮੋਢੀ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਹਨ।
ਹਕੂਮਤ ਨੂੰ ਲਲਕਾਰਿਆ ਔਰ ਹਕੂਮਤ ਦੇ ਨਾਲ ਨਾ ਮਿਲ ਵਰਤਨ ਦੀ ਲਹਿਰ ਚਲਾ ਦਿੱਤੀ। ਔਰ ਇਹੀ ਕਾਰਨ ਸੀ ਸੰਗਤ ਜੀ, ਇਹਨਾਂ ਸਿਧਾਂਤਾਂ ਨੂੰ, ਇਹਨਾਂ ਪਰੰਪਰਾਵਾਂ ਨੂੰ ਕਾਇਮ ਰੱਖਦਿਆਂ ਜੂਨ 1984 ਤੋਂ ਪਹਿਲਾਂ ਧਰਮ ਯੁੱਧ ਮੋਰਚਾ ਵੀ ਆਰੰਭ ਹੋਇਆ। ਧਰਮ ਯੁੱਧ ਮੋਰਚੇ ਦੇ ਨਾਲ 1978 ਨੂੰ ਵਿਸਾਖੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਰ ਰਹੇ ਉਸ ਅਖੌਤੀ ਨਿਰੰਕਾਰੀ ਗੁਰਬਚਨੇ ਨੇ ਜਿਹਨੇ ਬੇਅਦਬੀ ਕੀਤੀ ਸੀ, ਗੁਰੂ ਕੇ ਲਾਲ ਰੋਕਣ ਲਈ ਗਏ, ਸ਼ਹਾਦਤਾਂ ਹੋ ਗਈਆਂ। ਇਹ ਸਾਰਾ ਕੁਝ ਹੁੰਦਾ ਗਿਆ। ਪਰ ਅੱਜ ਅਸੀਂ ਵੀ ਕਈ ਵਾਰ 10-10, 5-5 ਮੀਟਰ ਦਸਤਾਰਾ ਬੰਨ੍ਹ ਕੇ ਕਹਿ ਦਿੰਦੇ ਹਾਂ ਸਾਰਾ ਕਸੂਰ ਸੰਤ ਜਰਨੈਲ ਸਿੰਘ ਦਾ ਸੀ। ਆ ਬਾਹਰ ਬੋਰਡ ਲੱਗਾ ਹੈ, ਉਸ ਤੋਂ ਪਹਿਲਾਂ 50 ਸਾਲ ਹਰਿਮੰਦਰ ਸਾਹਿਬ 'ਤੇ ਹਕੂਮਤ ਨੇ ਹਮਲਾ ਕੀਤਾ ਔਰ ਹਰਿਮੰਦਰ ਸਾਹਿਬ ਤੋਂ ਬਿਨਾਂ 37 ਹੋਰ ਗੁਰਧਾਮਾਂ 'ਤੇ ਉੱਥੇ ਸੰਤ ਜਰਨੈਲ ਸਿੰਘ ਕਿੱਥੇ ਸਨ ਸੰਗਤ ਜੀ। ਇਸ ਕਰਕੇ ਆਓ, ਜਿਵੇਂ ਸਕੱਤਰ ਸਾਹਿਬ ਕਹਿ ਰਹੇ ਸਨ, ਸਾਨੂੰ ਸੁਚੇਤ ਹੋਣਾ ਪਵੇਗਾ ਰਾਜਨੀਤੀ ਦੇ ਵਿੱਚ ਵੀ। ਸਿੱਖਾਂ ਦੀ ਧਰਮ ਤੇ ਰਾਜਨੀਤੀ ਇਕੱਠੀ ਹੈ, ਪਰ ਧਰਮ ਦਾ ਕੁੰਡਾ ਉੱਪਰ ਹੋਵੇ। ਪਰ ਅੱਜ ਰਾਜਨੀਤੀ ਭਾਰੂ ਹੋ ਗਈ ਹੈ ਸਿੱਖਾਂ 'ਤੇ। ਇਹੀ ਬਦਕਿਸਮਤੀ ਹੈ, ਅਸੀਂ ਆਪਣੇ ਸਿਧਾਂਤਾਂ ਨੂੰ, ਪਰੰਪਰਾਵਾਂ ਨੂੰ ਭੁੱਲਦੇ ਜਾ ਰਹੇ ਹਾਂ। ਸਤਿਗੁਰੂ ਕਿਰਪਾ ਕਰਨ, ਮਾਲਕ ਬਖਸ਼ਿਸ਼ ਕਰਨ। ਸਤਿਗੁਰਾਂ ਦੇ ਪਾਵਨ ਪੁਰਬਾਂ 'ਤੇ ਉਹਨਾਂ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਭਰੇ ਇਤਿਹਾਸ ਨੂੰ ਵਿਚਾਰਨ ਲਈ ਅਸੀਂ ਜੁੜੇ ਹਾਂ। ਸਾਨੂੰ ਸਾਡੇ ਸਿਧਾਂਤ, ਸਾਡੀਆਂ ਪਰੰਪਰਾਵਾਂ ਔਰ ਮਹਾਰਾਜ ਦੀ ਬਾਣੀ ਦਾ ਸਤਿਕਾਰ ਕਿਵੇਂ ਕਰਨਾ ਹੈ, ਸਤਵੇਂ ਸਤਿਗੁਰਾਂ ਦੇ ਪਾਸ ਸੰਗਤਾਂ ਆਈਆਂ ਨੇ ਕਾਬਲ ਤੋਂ। ਮਹਾਰਾਜ ਪਲੰਘ 'ਤੇ ਬਿਰਾਜਮਾਨ ਨੇ, ਸੰਗਤਾਂ ਸ਼ਬਦ ਗਾਇਨ ਕਰਦੀਆਂ ਆ ਰਹੀਆਂ ਨੇ ਔਰ ਮਹਾਰਾਜ ਇੱਕਦਮ ਥੱਲੇ ਉਤਰੇ, ਚੋਟ ਲੱਗੀ। ਸਿੱਖਾਂ ਨੇ ਪੁੱਛਿਆ, ਕਹਿਣ ਲੱਗੇ ਬਾਹਰ ਸਿੱਖ ਆਏ। ਬਾਣੀ ਦੀ ਆਵਾਜ਼, ਬਾਣੀ ਦਾ ਸਤਿਕਾਰ ਮਹਾਰਾਜ ਨੇ ਕੀਤਾ ਸੰਗਤ ਜੀ। ਇਸ ਕਰਕੇ ਆਓ, ਜਿਨ ਪੈ ਅਦਬ ਨ ਬਾਣੀ ਧਾਰਾ, ਸੋ ਜਾਣੋ ਨਹੀਂ ਸਿੱਖ ਹਮਾਰਾ। ਇਹ 7ਵੇਂ ਪਾਤਸ਼ਾਹ ਦੇ ਇਤਿਹਾਸ ਦੇ ਬੋਲ ਨੇ ਔਰ ਮਹਾਰਾਜ ਦੀ ਬਾਣੀ ਦਾ ਸਤਿਕਾਰ ਕਰੀਏ, ਬਾਣੀ ਤੇ ਬਾਣੇ ਨੂੰ ਧਾਰਨ ਕਰੀਏ। ਅੰਮ੍ਰਿਤ ਬਾਣੀ ਪੜ੍ਹਾਂਗੇ, ਸਾਡੇ ਜੀਵਨ ਅੰਦਰ ਸੁੱਖ ਆਉਣਗੇ। ਗੁਰੂ ਘਰ ਆਈਏ, ਗੁਰੂ ਘਰ ਦੀਆਂ ਰੌਣਕਾਂ ਵਧਾਈਏ। ਮਹਾਰਾਜ ਸਾਡੇ ਘਰਾਂ ਦੀਆਂ ਵੀ ਰੌਣਕਾਂ ਵਧਾ ਦੇਣਗੇ। ਭੁੱਲਾਂ ਚੁੱਕਾਂ ਦੀ ਖਿਮਾ ਸੰਗਤ ਜੀ। ਆਓ ਸਤਿਗੁਰਾਂ ਦੇ ਪਾਵਨ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਗੁਰੂ ਫਤਿਹ ਦੀ ਸਾਂਝ ਪਾਈਏ ਜੀ। ਜਨਮ ਜਨਮ ਬਿਕਾਦ ਬਿਨਸੇ, ਰਾਖ ਲੀਨੇ ਆਪ। ਮਾਤ ਪਿਤਾ ਮੀਤ ਭਾਈ ਜਨ, ਨਾਨਕ ਹਰ ਹਰ ਜਾਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਜਪ ਲੋ। ਵਾਹਿਗੁਰੂ 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 ਵਾਹਿਗੁਰੂ
ਤੇਰਾ ਦਰਬਾਰ, ਸੱਚਾ ਤੁਧ ਤਖਤ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਸਿਰ ਸ਼ਾਹ ਪਾਤਸ਼ਾਹ, ਸਿਰ ਸ਼ਾਹ ਪਾਤਸ਼ਾਹ, ਨਿਹਚਲ ਚੌਰ ਛਤ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਜੋ ਪਾਵੇ ਪਾਰ ਬ੍ਰਹਮ, ਸੋਈ ਸੱਚ ਨਿਆਓ। ਜੋ ਪਾਵੇ ਪਾਰ ਬ੍ਰਹਮ, ਸੋਈ ਸੱਚ ਨਿਆਓ। ਜੇ ਭਾਵੇ ਪਾਰ ਬ੍ਰਹਮ, ਨਿਥਾਵੇਂ ਮਿਲੇ ਥਾਓ। ਜੇ ਭਾਵੇ ਪਾਰ ਬ੍ਰਹਮ, ਨਿਥਾਵੇਂ ਮਿਲੇ ਥਾਓ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਸਿਰ ਸ਼ਾਹ ਪਾਤਸ਼ਾਹ, ਸਿਰ ਸ਼ਾਹ ਪਾਤਸ਼ਾਹ, ਸਿਰ ਸ਼ਾਹ ਪਾਤਸ਼ਾਹ, ਨਿਹਚਲ ਚੌਰ ਛਤ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਜੋ ਕੀਨੀ ਕਰਤਾ, ਸਾਈ ਭਲੀ ਗੱਲ। ਸਾਈ ਭਲੀ ਗੱਲ, ਸਾਈ ਭਲੀ ਗੱਲ, ਗੱਲ। ਜੋ ਕੀਨੀ ਕਰਤਾ, ਸਾਈ ਭਲੀ ਗੱਲ। ਜਿਨੀ ਪਛਾਤਾ ਖਸਮ, ਸੇ ਦਰਗਾਹ ਮਲ। ਜਿਨੀ ਪਛਾਤਾ ਖਸਮ,
ਸੇ ਦਰਗਾਹ ਮਲ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਵਾਹ ਵਾਹ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਸਿਰ ਸ਼ਾਹ ਪਾਤਸ਼ਾਹ ਸਿਰ ਸ਼ਾਹ ਪਾਤਸ਼ਾਹ ਨੀਚਲ ਚੌਰ ਛਤ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਵਾਹ ਸਹੀ ਤੇਰਾ ਫੁਰਮਾ ਕਿਨੇ ਨਾ ਫੇਰੀਐ ਸਹੀ ਤੇਰਾ ਫੁਰਮਾਨ ਸਹੀ ਤੇਰਾ ਫੁਰਮਾਨ ਕਿਨੇ ਨਾ ਫੇਰੀਐ ਫੁਰਮਾਨ ਤੇਰਾ ਸਿਰੈ ਉਪਰ ਫਿਰ ਨਾ ਕਰਤ ਵਿਚਾਰ ਫੁਰਮਾਨ ਤੇਰਾ ਸਿਰੈ ਉਪਰ ਫਿਰ ਨਾ ਕਰਤ ਵਿਚਾਰ ਤੂੰ ਹੀ ਦਰਿਆ ਤੂੰ ਹੀ ਕਰਿਆ ਤੁਝੇ ਤੇ ਨਿਸਤਾਰ ਬੰਦੇ ਬੰਦਗੀ ਇਕਤਿਆਰ ਸਾਹਿਬ ਰੋਸ ਤਰੋਂ ਕੇ ਪਿਆਰ ਨਾਮ ਤੇਰਾ ਆਧਾਰ ਮੇਰਾ ਨਾਮ ਤੇਰਾ ਆਧਾਰ ਮੇਰਾ ਜਿਉ ਫੂਲ ਜਈ ਹੈ ਨਾਰ ਕਹਿ ਕਬੀਰ ਗੁਲਾਮ ਘਰ ਕਾ ਜਿਆਏ ਪਾਵੇਂ ਮਾਰ ਸਹੀ ਤੇਰਾ ਫੁਰਮਾ ਕਿਨੇ ਨਾ ਫੇਰੀਐ ਕਾਰਣ ਕਰਨ ਕਰੀਮ ਕੁਦਰਤ ਤੇਰੀ ਹੈ ਕਾਰਣ ਕਰਨ ਕਰੀਮ ਕੁਦਰਤ ਤੇਰੀ ਹੈ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਸਿਰ ਸ਼ਾਹ ਪਾਤਸ਼ਾਹ ਸਿਰ ਸ਼ਾਹ ਪਾਤਸ਼ਾਹ ਨੀਚਲ ਚੌਰ ਛਤ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ